TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਖਬਰਾਂ ਦੀ ਸਾਰ ਲਈਏ। ਕੈਪੀਟਲ ਹਿੱਲ ਹਿੰਸਾ ਦੀ ਜਾਂਚ ਲਈ ਬਣੇ ਕਮਿਸ਼ਨ। ਸਰੀ ਵਿੱਚ ਬੀਤੀ ਰਾਤ ਚੱਲੀ ਗੋਲੀ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕਿਸੇ ਵੀ ਪਾਰਟੀ ਦਾ ਨਾ ਖੁੱਲਿਆ ਖਾਤਾ। ਕਿਸਾਨ ਅੱਜ ਕਰਨਗੇ ਰੇਲਾਂ ਦਾ ਚੱਕਾ ਜਾਮ। ਲਾਲ ਕਿਲਾ ਹਿੰਸਾ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਗ੍ਰਿਫਤਾਰ। 2 ਤੋਂ ਜ਼ਿਆਦਾ ਪਸ਼ੂ ਪਾਲਣ ਤੇ ਹੋਵੇਗੀ FIR ਅਤੇ ਪਸ਼ੂ ਹੋਣਗੇ ਜ਼ਬਤ। ਭਾਰਤ ਵਿੱਚ ਪਹਿਲੀ ਵਾਰ ਕਿਸੇ ਔਰਤ ਨੂੰ ਦਿੱਤੀ ਜਾਵੇਗੀ ਫਾਂਸੀ। ਕਿਸਾਨ ਅੰਦੋਲਨ ਲੇਖੇ ਲੱਗੀਆਂ 2 ਹੋਰ ਜਿੰਦਾਂ। ਪਿੰਡ ਘੁੱਦਾ ਦੇ 2 ਕਿਸਾਨਾਂ ਦੀ ਟਿੱਕਰੀ ਸਰਹੱਦ ਤੋਂ ਵਾਪਸ ਪਰਤਦਿਆਂ ਹੋਈ ਮੌਤ ਅਤੇ ਮਹਿੰਗਾਈ ਹੋਈ ਬੇਲਗਾਮ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੀ ਸਾਰ ਰਲ ਮਿਲ ਕੇ ਲਵਾਂਗੇ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੀ ਸਾਰ ਲਈਏ, ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਆਪਣੇ ਇਸ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਸਮੇਂ ਸਿਰ ਪੁੱਜਦੀ ਹੋ ਸਕੇ। ਤੇ ਆਓ ਹੁਣ ਖਬਰਾਂ ਦੀ ਸਾਰ ਲਈਏ। ਮਹਿੰਗਾਈ ਲੱਕ ਤੋੜੇ ਪਏ ਆ, ਲੋਕਾਂ ਦੇ ਲੱਕ ਦੂਰੇ ਕੀਤੇ ਪਏ ਹੈ। ਅਸਲ ਦੇ ਵਿੱਚ ਮਹਿੰਗਾਈ ਤੇ ਕਾਬੂ ਪਾਉਣਾ ਕੰਮ ਸਰਕਾਰਾਂ ਦਾ ਹੁੰਦਾ ਹੈ। ਸਰਕਾਰਾਂ ਇਸ ਕਰਕੇ ਚੁਣੀਆਂ ਜਾਂਦੀਆਂ ਨੇ ਕਿ ਲੋਕ ਭਲਾਈ ਦੇ ਕੰਮ ਕਰਨ। ਸਰਕਾਰ ਦਾ ਕੰਮ ਇਹ ਹਰਗਿਜ਼ ਨਹੀਂ ਕਿ ਕਿਸੇ ਇੱਕ ਘਰਾਣੇ ਵਾਸਤੇ ਜਾਂ ਫਿਰ ਕਿਸੇ ਇੱਕ ਕਾਰਪੋਰੇਟ ਵਾਸਤੇ ਕੰਮ ਕਰੇ, ਉਹਨਾਂ ਦੀ ਆਮਦਨ ਦੁੱਗਣੀ ਉਹਨਾਂ ਦੀ ਚੌਗਣੀ ਕਰੇ ਤੇ ਲੋਕਾਂ ਦੇ ਲੱਕ ਦੂਰੇ ਕਰ ਦੇਵੇ। ਜਿਹੜੀ ਸਰਕਾਰ ਮਹਿੰਗਾਈ ਤੇ ਕੰਟਰੋਲ ਨਹੀਂ ਕਰ ਸਕਦੀ, ਉਸ ਤੇ ਕੰਮ ਕਰਨ ਦੇ ਤਰੀਕੇ ਕੀ ਹੋਣਗੇ, ਉਹਨਾਂ ਦੀ ਨੀਅਤ ਕੀ ਹੋਏਗੀ, ਕਿ ਲੋਕ ਪੱਖੀ ਹੋਏਗੀ ਜਾਂ ਫਿਰ ਅਮੀਰਾਂ ਦੀ ਬੋਲੀ ਹੋਏਗੀ। ਜਿਸ ਤਰ੍ਹਾਂ ਮਹਿੰਗਾਈ ਬੇਲਗਾਮ ਘੋੜੇ ਵਾਂਗੂ ਦੌੜ ਰਹੀ ਹੈ, ਉਸ ਨੂੰ ਰੋਕਣ ਦੇ ਵਾਸਤੇ ਸਰਕਾਰ ਨੂੰ ਬਾਕੀ ਸਾਰੇ ਕੰਮ ਲਾਂਭੇ ਕਰਕੇ ਪਹਿਲ ਦੇ ਆਧਾਰ ਤੇ ਕਦਮ ਉਠਾਉਣੇ ਚਾਹੀਦੇ ਨੇ ਕਿ ਇਸ ਬੇਲਗਾਮ ਘੋੜੇ ਨੂੰ ਫੜੀਏ। ਹਰ ਰੋਜ਼ ਕੀਮਤਾਂ ਪੈਟਰੋਲ ਦੀਆਂ ਵਧੀ ਜਾ ਰਹੀਆਂ ਨੇ, ਡੀਜ਼ਲਾਂ ਦੀਆਂ ਵਧੀਆਂ ਜਾ ਰਹੀਆਂ ਨੇ ਤੇ ਲੋਕਾਂ ਦਾ ਬਜਟ ਹਿੱਲ ਗਿਆ ਹੈ। ਪੈਟਰੋਲ ਡੀਜ਼ਲ ਦੀ ਕੀਮਤ ਵਧਣੀ ਮਤਲਬ ਹਰ ਚੀਜ਼ ਦੀ ਕੀਮਤ ਵਧਣੀ। ਲੋਕਾਂ ਨੂੰ ਘਰਾਂ ਦੇ ਖਰਚੇ ਚਲਾਉਣੇ ਔਖੇ ਹੋ ਰਹੇ ਨੇ, ਜਿਉਣਾ ਦੁੱਭਰ ਹੋ ਰਿਹਾ ਹੈ। ਗੈਸ ਸਿਲੰਡਰ ਚੁੱਪ ਚਪੀਤੇ ਮਹਿੰਗਾ, ਦਾਲਾਂ ਦੀਆਂ ਕੀਮਤਾਂ ਅਸਮਾਨੀ, ਪਿਆਜ਼ ਬੁਰੀ ਤਰ੍ਹਾਂ ਲੋਕਾਂ ਨੂੰ ਰੁਆ ਰਿਹਾ ਹੈ। ਲੱਗਦਾ ਹੈ ਕਿ ਲੋਕ ਸਰਕਾਰ ਦੀ ਸੋਚ ਦੇ ਵਿੱਚੋਂ ਮਨਫੀ ਹੋ ਚੁੱਕੇ ਹੈ। ਹਕੀਕਤ ਇਹ ਵੀ ਹੈ ਕਿ ਲੋਕਾਂ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਨੌਕਰੀ ਕਿਹੜੇ ਵੇਲੇ ਖੁੱਸ ਜਾਣੀ ਹੈ। ਪਤਾ ਹੀ ਨਹੀਂ ਕਿ ਇਸ ਮਹੀਨੇ ਤਨਖਾਹ ਘਰ ਵਿੱਚ ਆਉਣੀ ਵੀ ਹੈ ਕਿ ਨਹੀਂ ਆਉਣੀ। ਬਿਮਾਰੀ ਨੇ ਪਤਾ ਨਹੀਂ ਘਰ ਦੇ ਵਿੱਚ ਦਸਤਕ ਕਦੋਂ ਦੇ ਦੇਣੀ ਹੈ, ਉਸ ਬਿਮਾਰੀ ਤੇ ਕਿੰਨਾ ਕੁ ਪੈਸਾ ਲੱਗ ਜਾਣਾ ਹੈ, ਸਭ ਕੁਝ ਸਮਝੋਂ ਬਾਹਰ ਹੈ। ਪਰ ਜਿਹੜੀ ਗੱਲ ਸਮਝ 'ਚ ਹੈ ਉਹ ਇਹ ਹੈ ਕਿ ਸਰਕਾਰਾਂ ਨੂੰ ਲੋਕਾਂ ਤੇ ਟੈਕਸ ਦੀ ਕਾਠੀ ਪਾਉਣ ਦਾ ਕੰਮ ਕਦੇ ਨਹੀਂ ਭੁੱਲਿਆ। ਟੈਕਸ ਲੈਣਾ ਹੀ ਲੈਣਾ ਹੈ। ਲੋਕਾਂ ਨੂੰ ਪੈਨਸ਼ਨਾਂ ਤੋਂ ਵਾਂਝੇ ਲਗਾਤਾਰ ਕੀਤਾ ਜਾ ਰਿਹਾ, ਪਰ ਸਿਆਸਤਦਾਨਾਂ ਨੂੰ ਪੈਨਸ਼ਨਾਂ ਦੇ ਖੁੱਲੇ ਗੱਫੇ ਲਗਾਤਾਰ ਮਿਲ ਰਹੇ ਹੈ। ਲੋਕਾਂ ਨੂੰ ਨਾ ਤਾਂ ਵਰਤਮਾਨ ਵਿੱਚ ਸਾਹ ਮਿਲ ਰਿਹਾ ਹੈ ਤੇ ਬੁਢਾਪੇ ਦਾ ਫਿਕਰ ਵੱਢ ਕੇ ਖਾ ਰਿਹਾ, ਪਰੇਸ਼ਾਨ ਕਰ ਰਿਹਾ ਹੈ। ਪੈਟਰੋਲ ਡੀਜ਼ਲ ਦੀ ਕੀਮਤ 100 ਰੁਪਏ ਲੀਟਰ ਨੂੰ ਢੁੱਕ ਚੁੱਕੀ ਹੈ ਕਈਆਂ ਥਾਵਾਂ ਤੇ। ਪਿਆਜ਼ 50 ਰੁਪਏ ਕਿਲੋ ਮਿਲ ਰਿਹਾ ਕਈਆਂ ਥਾਵਾਂ ਤੇ। ਸਰਕਾਰ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੋਕ ਰਹੀ ਹੈ। ਭਾਰਤ ਦਾ ਗੁਆਂਢੀ ਮੁਲਕ ਹੈ, ਉੱਥੇ ਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕੱਢ ਕੇ ਵੇਖਿਓ। ਅੱਜ ਤੋਂ 5-7 ਸਾਲ ਪਹਿਲਾਂ ਕੱਚੇ ਤੇਲ ਦੇ ਬੈਰਲ ਦੀ ਕੀ ਕੀਮਤ ਸੀ, ਕੱਢ ਕੇ ਵੇਖਿਓ ਕਿ ਦੁੱਗਣੀ ਸੀ ਜਾਂ ਹੁਣ ਨਾਲੋਂ ਤਿੱਗਣੀ ਸੀ। ਪਰ ਕੀਮਤਾਂ ਵੇਖਿਓ ਕਿ ਹੁਣ ਨਾਲੋਂ ਅੱਧੀਆਂ। ਪਰ ਜੇ ਹੁਣ ਬੈਰਲ ਦੀ ਕੀਮਤ ਲਗਭਗ ਅੱਧੀ ਤੋਂ ਵੀ ਜ਼ਿਆਦਾ ਹੈ, ਘਟੀ ਹੋਈ ਹੈ, ਤੇ ਫਿਰ ਇਹ ਡੀਜ਼ਲ ਅਤੇ ਪੈਟਰੋਲ ਮਹਿੰਗਾ ਕਿਉਂ ਹੋ ਰਿਹਾ ਹੈ? ਸਰਕਾਰ ਕਰ ਕੀ ਰਹੀ ਹੈ? ਹਰ ਇੱਕ ਵਿਅਕਤੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਜਿਸ ਤਰ੍ਹਾਂ ਡੀਜ਼ਲ ਦੀ ਕੀਮਤ ਵਧ ਰਹੀ ਹੈ, ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਕਿ 2 ਗੁਣਾ ਵੱਧ ਜਾਏਗੀ। ਲੋਕਾਂ ਤੇ ਮਾਨਸਿਕ ਦਬਾਅ ਇਸ ਕਦਰ ਵੱਧ ਗਿਆ ਹੈ ਕਿ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਖੁਦਕੁਸ਼ੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਜਿਉਂਦਾ ਜਾਗਦਾ ਸਬੂਤ ਤਾਂ ਹੁਣ ਇਹ ਵੀ ਹੈ ਕਿ ਲੋਕ ਇਸ ਤੋਂ ਵੀ ਹੁਣ ਅੱਗੇ ਵਧਣ ਲੱਗ ਪਏ ਨੇ। ਪਹਿਲਾਂ ਪਰਿਵਾਰ ਨੂੰ ਮਾਰਦੇ ਆ ਤੇ ਫਿਰ ਖੁਦਕੁਸ਼ੀ ਕਰ ਲੈਂਦੇ ਆ। ਹਾਲਾਂਕਿ ਇਹ ਕੋਈ ਚੰਗਾ ਰੁਝਾਨ ਨਹੀਂ। ਇਸ ਚੀਜ਼ ਦੇ ਵੱਲ ਸਰਕਾਰ ਨੂੰ ਫੌਰੀ ਤੌਰ ਤੇ ਕਦਮ ਉਠਾਉਣੇ ਚਾਹੀਦੇ ਨੇ, ਇਸ ਤੇ ਹੱਲ ਕਰਨੇ ਚਾਹੀਦੇ ਆ। ਪਰ ਸਰਕਾਰਾਂ ਕਰਦੀਆਂ ਕੀ ਨੇ? ਸਰਕਾਰਾਂ ਲੋਕ ਆਪਣੇ ਲਈ ਬਣਾਉਂਦੇ ਨੇ, ਨਾ ਕਿ ਕਿਸੇ ਕਾਰਪੋਰੇਟ ਲਈ। ਪਰ ਮੰਦੇ ਭਾਗੀ ਸਰਕਾਰਾਂ ਲੋਕ ਚੁਣਤਾ ਲੈਂਦੇ ਨੇ, ਪਰ ਮਗਰੋਂ ਉਹਨਾਂ ਦੀ ਪੁੱਛ ਪ੍ਰਤੀਤ ਕੋਈ ਨਹੀਂ ਹੁੰਦੀ। ਜਦੋਂ ਵੋਟਾਂ ਹੁੰਦੀਆਂ ਨੇ, ਹੁਣੀ ਸਥਾਨਕ ਸਰਕਾਰਾਂ ਦੀਆਂ ਹੋ ਕੇ ਹਟੀਆਂ ਨੇ,
ਤੁਹਾਡੀਆਂ ਬਰੂਹਾਂ ਤੇ ਆ ਕੇ ਹੱਥ ਜੋੜ ਕੇ ਖੜਦੇ ਆ, ਪਰ ਜਦੋਂ ਉਸ ਕੁਰਸੀ ਤੇ ਬੈਠ ਜਾਂਦੇ ਆ ਤੇ ਫਿਰ ਹੱਥ ਤੁਸੀਂ ਜੋੜਦੇ ਹੋ, ਤੁਹਾਡੇ ਹੱਥ ਜੁੜੇ ਨਜ਼ਰ ਨਹੀਂ ਆਉਂਦੇ। ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਕਿ ਸਰਕਾਰਾਂ ਅੰਨੀਆਂ ਨੇ, ਕਈ ਵਾਰੀ ਲੱਗਦਾ ਸਰਕਾਰਾਂ ਗੂੰਗੀਆਂ ਨੇ, ਕਈ ਵਾਰੀ ਇਹ ਵੀ ਲੱਗਦਾ ਹੈ ਕਿ ਸਰਕਾਰਾਂ ਬੋਲੀਆਂ ਵੀ ਨੇ, ਤਾਂ ਹੀ ਨਾ ਦੇਖਦੀਆਂ ਨੇ, ਨਾ ਸੁਣਦੀਆਂ ਨੇ ਤੇ ਨਾ ਬੋਲਦੀਆਂ ਨੇ। ਤੇ ਲੋਕਾਂ ਦੀ ਆਰਥਿਕ ਸਥਿਤੀ ਇੰਨੀ ਕੁ ਕਮਜ਼ੋਰ ਹੋ ਗਈ ਹੈ ਕਿ ਉਹਨਾਂ ਦੀਆਂ ਥਾਲੀਆਂ ਦੇ ਵਿੱਚੋਂ ਰੋਟੀ ਗਾਇਬ ਹੁੰਦੀ ਜਾ ਰਹੀ ਹੈ। ਪਹਿਲਾਂ ਵੀ ਜਦੋਂ ਕੀਮਤਾਂ ਵਧੀਆਂ ਤਾਂ ਵਿਰੋਧੀ ਧਿਰਾਂ ਵਿਰੋਧ ਕਰਦੀਆਂ ਰਹੀਆਂ, ਪਰ ਹੁਣ ਹੈ ਕੋਈ ਜਿਹੜਾ ਤੁਹਾਡੀ ਆਵਾਜ਼ ਬਣੇ, ਸੰਸਦ ਦੇ ਵਿੱਚ ਬਣੇ ਜਾਂ ਸੰਸਦ ਦੇ ਬਾਹਰ ਬਣੇ, ਤੁਹਾਡੀ ਵਿਧਾਨ ਸਭਾ ਵਿੱਚ ਬਣੇ ਜਾਂ ਲੋਕ ਸਭਾ ਦੇ ਵਿੱਚ ਬਣੇ। ਸੋ ਦੋਸਤੋ, ਅਪੀਲ ਹੈ ਇਹਦੇ ਤੋਂ ਪਹਿਲਾਂ ਕਿ ਬਾਕੀ ਖਬਰਾਂ ਵੱਲ ਨੂੰ ਵਧੀਏ, ਸਥਾਨਕ ਸਰਕਾਰਾਂ ਦੇ ਵਿੱਚ ਤੁਸੀਂ ਵੋਟ ਪਾ ਦਿੱਤੀ ਹੈ, ਮਰਜ਼ੀ ਤੁਹਾਡੀ ਸੀ, ਕਾਂਗਰਸ ਨੇ ਹੁੰਝਾ ਹੀ ਫੇਰ ਦਿੱਤਾ। 7 ਨਤੀਜੇ ਆਏ ਸੀ, 7 ਦੇ ਵਿੱਚੋਂ 6 ਕਾਂਗਰਸ ਹੁੰਝਾ ਫੇਰ ਕੇ ਲੈ ਗਈ ਹੈ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜੋ ਕਾਂਗਰਸ ਦੀਆਂ ਨੀਤੀਆਂ ਨੇ, ਜੋ ਪਿਛਲੇ 4 ਸਾਲਾਂ ਵਿੱਚ ਕੀਤਾ, ਉਹਦੇ ਉੱਤੇ ਤੁਸੀਂ ਮੋਹਰ ਲਾ ਦਿੱਤੀ ਹੈ। ਮੈਂ ਨਹੀਂ ਕਹਿੰਦਾ, ਇਹ ਨਤੀਜੇ ਵੀ ਕਹਿੰਦੇ ਨੇ, ਇਹ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਕਹਿੰਦੇ ਨੇ, ਇਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ, ਤੇ ਫੈਸਲਾ ਤੁਹਾਡਾ ਸੀ। ਸੋ ਤੁਹਾਡੇ ਫੈਸਲੇ ਦੇ ਉੱਤੇ ਹੁਣ ਲੱਕ ਤੁਹਾਡੇ ਹੋਰ ਦੂਰੇ ਕਿਵੇਂ ਹੋਣੇ ਨੇ, ਆਉਣ ਵਾਲਾ ਸਮਾਂ ਦੇਖਿਓ। ਅਗਲੀ ਖਬਰ ਅਮਰੀਕਾ ਵਾਲੇ ਪਾਸਿਓਂ ਹੈ। ਕੈਪੀਟਲ ਹਿੱਲ ਦੇ ਵਿੱਚ ਹਿੰਸਾ ਹੁੰਦੀ ਹੈ। ਹਿੰਸਾ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਤੇ ਉੱਤੇ ਮਹਾਦੋਸ਼ ਦਾ ਮੁਕੱਦਮਾ ਵੀ ਚੱਲਦਾ, ਪਰ ਉਹ 'ਚ ਬਰੀ ਵੀ ਹੋ ਗਏ ਹੈ। ਹੁਣ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਹੈ ਨੈਂਸੀ ਪੈਲੋਸੀ। ਨੈਂਸੀ ਨੇ ਕਿਹਾ ਕਿ ਕੈਪੀਟਲ ਹਿੱਲ ਤੇ ਜਿਹੜੀ ਹਿੰਸਾ ਹੋਈ ਸੀ, ਉਹਦੀ ਜਾਂਚ 9/11 ਵਰਗੀ ਇੱਕ ਆਜ਼ਾਦ ਕਮਿਸ਼ਨ ਦੇ ਕੋਲੋਂ ਕਰਵਾਉਣੀ ਚਾਹੀਦੀ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 6 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿੱਲ 'ਚ ਜਾ ਕੇ ਹੰਗਾਮਾ ਕੀਤਾ ਸੀ। ਪਹਿਲਾਂ ਬਾਹਰ ਹੰਗਾਮਾ ਕਰਦੇ ਰਹੇ ਤੇ ਫਿਰ ਅੰਦਰ ਜਾ ਵੜੇ ਸੀ। ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਵੱਲੋਂ ਟਰੰਪ ਨੂੰ ਦੋਸ਼ ਮੁਕਤ ਕੀਤੇ ਜਾਣ ਤੋਂ ਬਾਅਦ ਨੈਂਸੀ ਨੇ ਕਿਹਾ ਕਿ ਹਿੰਸਾ ਕਿਵੇਂ ਹੋਈ, ਇਸ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ। ਪ੍ਰਤੀਨਿਧੀ ਸਭਾ ਦੇ ਆਪਣੇ ਸਹਿਯੋਗੀਆਂ ਨੂੰ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਨੈਂਸੀ ਨੇ ਕਿਹਾ ਹੈ ਕਿ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਸਦਨ ਨੂੰ ਕਮਿਸ਼ਨ ਕਾਇਮ ਕਰਨਾ ਚਾਹੀਦਾ ਹੈ, ਤੇ ਕੁਝ ਹੋਰ ਕਾਨੂੰਨ ਸਾਜ਼ਾਂ ਨੇ ਵੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚ ਕੁਝ ਰਿਪਬਲਿਕਨ ਵੀ ਸ਼ਾਮਲ ਨੇ। ਡੈਮੋਕ੍ਰੇਟ ਨੈਂਸੀ ਨੇ ਕਿਹਾ ਹੈ ਕਿ ਸਦਨ ਦੀ ਸੁਰੱਖਿਆ ਖਾਤਰ ਅਜਿਹਾ ਕੀਤਾ ਜਾਣਾ ਬੜਾ ਲਾਜ਼ਮੀ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦਿਵਸ ਮਨਾਇਆ ਗਿਆ, ਜਿਸ ਤੇ 2 ਮਹਾਨ ਅਮਰੀਕੀ ਰਾਸ਼ਟਰਪਤੀਆਂ ਜਾਰਜ ਵਾਸ਼ਿੰਗਟਨ ਅਤੇ ਇਬਰਾਹਿਮ ਲਿੰਕਨ ਨੂੰ ਯਾਦ ਕੀਤਾ ਜਾ ਰਿਹਾ ਹੈ। ਤੇ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਵੀ ਨੈਂਸੀ ਦੀ ਟਵੀਟ ਕਰਕੇ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਹਿੰਸਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਾਲੇ ਦਿਨਾਂ ਦੇ ਵਿੱਚੋਂ ਇੱਕ ਦਿਨ ਹੈ। ਇਸ ਦੀ ਵਿਸਥਾਰ ਨਾਲ ਜਾਂਚ ਕਰਵਾਉਣੀ ਬੜੀ ਲਾਜ਼ਮੀ ਹੈ। ਵੇਖਦੇ ਹਾਂ ਕਿ ਕੀ ਇਹਦੀ ਜਾਂਚ ਦੇ ਵਾਸਤੇ ਕੋਈ ਆਜ਼ਾਦ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ। ਅਗਲੀ ਖਬਰ ਸਾਡੇ ਆਪਣੇ ਸਰੀ ਦੀ ਹੈ। ਸਰੀ ਦੇ ਵਿੱਚ ਗੋਲੀ ਚੱਲੀ ਹੈ, ਬੀਤੀ ਰਾਤ ਗੋਲੀ ਚੱਲੀ ਹੈ। ਇਸ ਗੋਲੀ ਦੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਹੈ। ਸਰੀ ਆਰਸੀਐਮਪੀ ਨੇ ਦੱਸਿਆ ਕਿ ਇਹ ਘਟਨਾ ਲਗਭਗ 145 ਸਟਰੀਟ ਦੇ ਨੇੜੇ ਅਤੇ 82 ਏ ਐਵਨਿਊ ਦੇ ਕੋਲ ਬੀਤੀ ਰਾਤ ਲਗਭਗ 10:15 ਵਜੇ ਵਾਪਰੀ, ਤੇ ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਸਰੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਰ ਹਾਲ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰ ਰਿਹਾ, ਜਿਹੜਾ ਵਿਅਕਤੀ ਜ਼ਖਮੀ ਹੋਇਆ ਉਸ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਪਰ ਅਧਿਕਾਰੀਆਂ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਉਸ ਵਿਅਕਤੀ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ, ਤੇ ਇਸ ਵਾਰਦਾਤ ਦਾ ਸਬੰਧ ਲੋਅਰ ਮੇਨਲੈਂਡ ਵਿੱਚ ਚੱਲ ਰਹੀ ਗੈਂਗ ਹਿੰਸਾ ਨਾਲ ਹੈ ਜਾਂ ਨਹੀਂ। ਪੁਲਿਸ ਨੇ ਹਾਲੇ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕੀਤੀ, ਪਰ ਬੀਤੇ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਮੈਟਰੋ ਵੈਨਕੂਵਰ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਇਸ ਤਰ੍ਹਾਂ ਦੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਨੇ। ਇਹਨਾਂ ਵਿੱਚੋਂ ਕਿਸੇ ਵੀ ਕੇਸ ਦੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਅਤੇ ਪੁਲਿਸ ਨੇ ਇਹ ਵੀ ਨਹੀਂ ਹਾਲੇ ਤੱਕ ਦੱਸਿਆ ਕਿ ਇਸ ਤਾਜ਼ਾ ਘਟਨਾ ਦਾ ਸਬੰਧ ਉਹ ਪਹਿਲੀਆਂ ਵਾਪਰੀਆਂ ਘਟਨਾਵਾਂ ਨਾਲ ਹੈ ਜਾਂ ਨਹੀਂ। ਪਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਜਿਹੜੇ ਘਰ ਦੇ ਉੱਤੇ ਗੋਲੀ ਚੱਲੀ ਆ ਉਹ ਪੰਜਾਬੀਆਂ ਦਾ ਘਰ ਹੈ। ਇੱਕ ਪੰਜਾਬੀ ਨੌਜਵਾਨ ਗੋਲੀਬਾਰੀ ਦਾ ਸ਼ਿਕਾਰ ਹੋਇਆ, ਅਤੇ ਨੇੜ ਤੇੜ ਰਹਿਣ ਵਾਲੇ ਲੋਕਾਂ ਨੇ ਇਹ ਵੀ ਦੱਸਿਆ ਕਿ 10:15 ਵਜੇ ਇੱਕ ਚਿੱਟੇ ਰੰਗ ਦੀ ਗੱਡੀ ਦੇ ਵਿੱਚ ਲੋਕ ਆਏ ਅਤੇ ਉਹਨਾਂ ਨੇ ਇਸ ਘਰ ਦੇ ਉੱਤੇ ਮਿੱਥ ਕੇ ਨਿਸ਼ਾਨਾ ਲਗਭਗ 10 ਤੋਂ 12 ਗੋਲੀਆਂ ਦਾਗੀਆਂ, ਅਤੇ ਚੰਗੀ ਕਿਸਮਤ ਦੇ ਨਾਲ ਨੌਜਵਾਨ ਬਚ ਗਿਆ। ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
अगली खबर अपडेट कल के प्रोग्राम में तुहाडे नाल साझी करांगे। तो अगली जिहड़ी खबर सथानक सरकारां दीयां चोणां दे बारे मैं पहले ही संखेप दे विच जिक्र कर रहा सी कि 7 दे विचों 6 दे उत्ते कब्जा कर लिया कांग्रेस पार्टी ने। मोहाली दे विच गड़बड़ हुई सी, उत्थे दोबारा चोणां ते उहदे नतीजे अज आ जाने हैं। पर श्री आनंदपुर साहब तो खबर मिल रही है उत्थों दी नगर कौंसल के नतीजे समुचे पंजाब दे नालों वखरे आए है। उत्थों दीयां कुल 13 सीटां ते लोकां ने ना कांग्रेस जिताई है, ना श्रोमणी अकाली दल, ना भाजपा ते ना आम आदमी पार्टी। इन्हां चों किसी भी पार्टी नूं श्री आनंदपुर साहब के लोगों ने मूँह नहीं लाया। जिन्ने भी उम्मीदवार सी सारे दे सारे आज़ाद जिता दिते हैं। इन्हां जिते उम्मीदवारों में 11 अजिहे उम्मीदवार दसे जा रहे हैं जिन्हां दा पिछोकड़ कांग्रेस नाल है, अते 2 अजिहे उम्मीदवार भी जिते है जिन्हां ने भाजपा की टिकट मोड़ दी सी अते आज़ाद चोण लड़ी सी। अकाली दल का इत्थे खाता नहीं खुलिया, आम आदमी पार्टी का खाता नहीं खुलिया, कांग्रेस ते बाकी किसी भी धिर का खाता नहीं खुलिया। सारे दे सारे उम्मीदवार आज़ाद जिते है। पर तुसीं ये देखो कि एक पासे पंजाब दे विच किसान अंदोलन चल रहा है, किसान आगू भी कहते हैं ते सारे लोग भी कहते हैं। हुण तां असीं विदेशों में भी महसूस कर रहे हैं कि जिहड़े व्यक्ति नूं भुख लगदी है, जिहड़ा रोटी खांदा ते जिहड़ा साह लैंदा, ये अंदोलन उन्हां दा। पर तुसीं देखो कि इन्हां चोणां दे उत्ते किन्ना क असर नज़र आया है। पंजाब दे लोग अक्खे पे है, निराश भी है, कुछ हताश भी है, पर फिर भी कांग्रेस पार्टी उन्होंने चंगी लगी है। फिर भी कांग्रेस पार्टी दी नीतियां उन्होंने चंगियां लगियां ने। कोई तो कारण रहे होणगे। जेकर सचमुच कांग्रेस पार्टी भाव कैप्टन अमरिंदर सिंह की सरकार का राज बड़ा वधिया है, उन्हें भाई घर घर नौकरी दे दी है, उन्हें सारे कीते चोण वादे पूरे कर दिते हैं, उन्हें भ्रिष्टाचारी खत्म कर दी है, रिश्वतखोरी खत्म कर दी है, मोबाइल फोन दे दिते है, नशाखोरी जड़ों वढ़ दी है, तो पंजाब दे विचों बेरोज़गारी खत्म कर दी है, तो ऐन अमन कानून की स्थिति बहाल करके रखी हुई है। किसी नाल कोई धक्का नहीं हो रहा। तुहानूं सरकारी काम करवाउण वास्ते लाइनां विच नहीं लगना पैंदा। सरकारी काम समय के सीमा दे विच हुंदे ने। जे ये सब कुछ हो रहा तो कमेंट करके जरूर दस्सिओ, क्योंकि यही गल्लां आम लोग चाहुंदे है। जे महंगाई नूं नत्थ पै गई है, तुहाडी योगता दा मुੱਲ पैण लग पिਆ है, फिर ही तुसीं कांग्रेस पार्टी नूं पसंद करके वोटां पाईआं होणगीਆਂ। जे ये सब कुछ हो गया तो कमेंट बॉक्स दे विच कमेंट जरूर छड्डिओ, ताकि कल के प्रोग्राम में मैं शामिल कर सकांगा कि असल दे विच भाई लोगों ने कांग्रेस पार्टी तां जिताई है। अगली खबर है, ये किसान अंदोलन के नाल जुड़ी खबर है। तिन्ने खेती कानूनों नूं रद्द करवाउणा चाहुंदे आ किसान। इसे करके अंदोलन विढ़िया होया ते अंदोलन लगातार भखाया जा रहा है। संयुक्त किसान मोर्चे के सद्दे ते पंजाब दीआं 32 किसान यूनीयनां दे वल्लों पंजाब दे विच 40 थावां ते रेलां दे चक्के जाम करन दे प्रोग्राम उलीके हुए है। भारतीय किसान यूनीयन एकता डकौंदा के जनरल सकत्तर जगमोहन सिंह पटियाला ने दस्सिया कि संयुक्त किसान मोर्चे ने समुचे भारत दे विच दोपहर 12 बजे तो शाम के 4 बजे तक रेलां रोकण का सੱਦਾ दिता होया है, जिस तहत पंजाब के किसान लगभग 40 थावां ते रेलां रोकणगे। उन्हां किसानां नूं शांतमई ढंग नाल रेलां रोकण दे प्रोग्राम नूं सफल बनाउण दी अपील कीती है। ते उधर किसान मजदूर संघर्ष कमेटी पंजाब के सीनियर मीत प्रधान सविंदर सिंह चौताला ने कहा कि पंजाब के 11 ਜ਼ਿਲ੍ਹਿਆਂ ਵਿੱਚ 31 ਥਾਵਾਂ ਤੇ रेल पटड़ियां ते धरने लाए जाणगे। रेलवे ने समुचे भारत ਵਿੱਚ किसानां ਵੱਲੋਂ वीरवार ਨੂੰ ਕੀਤੇ ਜਾਣ ਵਾਲੇ रेल रोको अंदोलन ਨੂੰ देखते हुए रेलवे प्रोटैक्शन सिक्योरिटी फोर्स ਦੀਆਂ 20 होर कंपनियां तैनात कर दित्तियां ने। सुरक्षा का मुख्य ध्यान पंजाब, हरियाणा, यूपी ते पश्चिमी बंगाल ते टिकिया रहेगा। रेलवे प्रोटैक्शन के फोर्स डायरैक्टर जनरल अरुण कुमार ने कल दस्सिया सी कि मैं सारिਆਂ ਨੂੰ शांति बना के रखने की अपील करदा ਹਾਂ। ਅਸੀਂ ਜ਼ਿਲ੍ਹਾ प्रशासन नाल मिल के लोगों ਨੂੰ जागरूक करांगे ਅਤੇ एक कंट्रोल रूम स्थापित किया गया है। ਅਸੀਂ खुफिया रिपोर्टां भी लेंदे रहांगे। साडा मुख फोकस पंजाब, हरियाणा, उत्तर प्रदेश ਅਤੇ पश्चिमी बंगाल रहेगा। ਅਸੀਂ RPF ਦੀਆਂ 20 कंपनियां इन्हां इलाकों में तैनात करांगे ਅਤੇ उन्हां कहा सी कि ਅਸੀਂ अपील करते हैं कि लोगों ਨੂੰ परेशानियां ना पैदा कीतियां जाण। पर दूसरे पासे किसानां ने अपना अंदोलन भखाउण दे वास्ते सरकार दे नक्क विच दम करन दे वास्ते एक बारी फिर आ रेल रोको का सੱਦਾ दिता सी ਅਤੇ ਇਹ 4 घंटे ਦੇ वास्ते रेलां रोकियां जाणीਆਂ ने। सरकार ने कई बार आखिया है कि यह अंदोलन एक कित्ते दे ते एक खित्ते दे लोकां दा,
ਇਹ ਵਾਰ-ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਅੰਦੋਲਨ ਪੰਜਾਬੀਆਂ ਦਾ ਤਾਂ ਪੰਜਾਬ ਤੱਕ ਸੀਮਤ ਹੈ। ਕੱਲ੍ਹ ਦੇ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕਰਾਂਗੇ ਤਾਂ ਕਿ ਪਤਾ ਲੱਗੇ ਕਿ ਸੱਚਮੁੱਚ ਸਿਰਫ ਪੰਜਾਬ ਤੱਕ ਹੀ ਸੀਮਤ ਹੈ ਜਾਂ ਇਹ ਸਮੁੱਚੇ ਭਾਰਤ ਦੇ ਵਿੱਚ ਫੈਲਿਆ ਹੋਇਆ ਹੈ। ਜੇ ਤਾਂ ਰੇਲਾਂ ਸਮੁੱਚੇ ਭਾਰਤ ਵਿੱਚ ਰੁਕੀਆਂ ਫਿਰ ਤਾਂ ਇਹਦਾ ਅਸਰ ਭਾਈ ਸਮੁੱਚੇ ਭਾਰਤ ਵਿੱਚ ਹੈ। ਜੇ ਇਕੱਲੇ ਪੰਜਾਬ ਦੇ ਵਿੱਚ ਹਰਿਆਣੇ 'ਚ ਰੁਕੀਆਂ ਤਾਂ ਫਿਰ ਸਰਕਾਰ ਸਹੀ ਆਖ ਰਹੀ ਹੋਣੀ ਹੈ ਕਿ ਸਿਰਫ 2 ਜਾਂ 1 ਸੂਬੇ ਤੱਕ ਹੀ ਇਹ ਸੀਮਤ ਹੈ। ਲਾਲ ਕਿਲੇ ਦੇ ਵਿੱਚ 26 ਜਨਵਰੀ ਵਾਲੇ ਦਿਨ ਹਿੰਸਾ ਵਾਪਰੀ ਸੀ। ਉਸ ਮਾਮਲੇ ਦੇ ਵਿੱਚ ਪਹਿਲਾਂ ਵੀ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਅੱਜ ਫਿਰ ਖਬਰ ਮਿਲ ਰਹੀ ਹੈ ਕਿ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲੇ ਵਿੱਚ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੋਸਟ ਵਾਂਟਡ ਦੋਸ਼ੀ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਦੱਸੀ ਹੈ। ਦਿੱਲੀ ਪੁਲਿਸ ਨੇ ਇਹ ਵੀ ਦੱਸਿਆ ਕਿ ਮਨਿੰਦਰ ਸਿੰਘ ਦੇ ਕੋਲੋਂ 2 ਤਲਵਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਇਸੇ ਸਬੰਧ ਵਿੱਚ ਅਦਾਕਾਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਏਸੀਪੀ ਅਤਰ ਸਿੰਘ ਦੇ ਸੁਪਰਵਿਜ਼ਨ ਦੇ ਵਿੱਚ ਇੰਸਪੈਕਟਰ ਸ਼ਿਵ ਕੁਮਾਰ, ਇੰਸਪੈਕਟਰ ਪਵਨ ਕੁਮਾਰ ਅਤੇ ਇੰਸਪੈਕਟਰ ਕਰਮਵੀਰ ਦੀ ਅਗਵਾਈ ਦੇ ਵਿੱਚ ਪੁਲਿਸ ਦੀ ਟੀਮ ਨੇ ਮਨਿੰਦਰ ਸਿੰਘ ਨੂੰ ਪ੍ਰੀਤਮਪੁਰਾ ਤੋਂ ਗ੍ਰਿਫਤਾਰ ਕੀਤਾ ਹੈ। ਮੀਡੀਆ ਜੋ ਰੋਲ ਪਲੇ ਕਰ ਰਿਹਾ ਹੈ ਉਹ ਬੜਾ ਗਲਤ ਪਲੇ ਕਰ ਰਿਹਾ। ਅੱਜ ਸਵੇਰ ਤੋਂ ਚੱਲ ਰਹੀ ਹੈ ਜੀ, ਇੱਕ ਸਿੱਖ ਦੇ ਘਰੋਂ 2 ਕਿਰਪਾਨਾਂ ਨਿਕਲ ਆਈਆਂ। ਜੇ ਸਾਡੇ ਕੋਲ ਕਿਰਪਾਨਾਂ ਨਹੀਂ ਹੋਣਗੀਆਂ ਤਾਂ ਕਿਹਦੇ ਕੋਲ ਹੋਣਗੀਆਂ? ਕਿਰਪਾਨਾਂ ਸਾਨੂੰ ਕਨਸਟੀਟਿਊਸ਼ਨ ਰਾਈਟ ਦਿੰਦਾ, ਤੁਸੀਂ ਕਿੱਦਾਂ ਉਸ ਨੂੰ ਕੁਐਸਚਨ ਕਰ ਸਕਦੇ ਹੋ? ਮੈਂ ਸਮਝਦਾ ਹਾਂ ਕਿ ਮੀਡੀਆ ਦਾ ਰੋਲ ਬਿਲਕੁਲ ਠੀਕ ਨਹੀਂ ਹੈ। ਇਹ ਆਪਸ ਦੇ ਵਿੱਚ ਝਗੜੇ ਕਰਾਉਣ ਦਾ ਰੋਲ ਕਰਦਾ ਪਿਆ। ਮੈਂ ਸਮਝਦਾ ਕਿ ਜੇ ਸਾਡੇ ਕੋਲ ਕਿਰਪਾਨਾਂ ਨਾ ਹੁੰਦੀਆਂ ਤਾਂ ਅੱਜ ਹਿੰਦੁਸਤਾਨ ਦਾ ਨਾਮ ਹਿੰਦੁਸਤਾਨ ਨਹੀਂ ਹੋਣਾ ਸੀ। ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦੀ ਹੈ, ਕੋਈ ਕੁਐਸਚਨ ਨਹੀਂ ਕਰ ਸਕਦਾ। ਮੇਰੇ ਘਰ ਚਲੋ 10 ਕਿਰਪਾਨਾਂ ਹੈਗੀਆਂ, ਫੜੋ ਮੈਨੂੰ, ਮੇਰੇ ਤੇ ਪਾ ਦਿਓ ਕੇਸ ਜਿਹੜੇ ਤੁਸੀਂ ਪਾਣੇ ਆ। ਮੈਂ ਸਮਝਦਾ ਵਾਂ ਇਹ ਗਲਤ ਪਾਸੇ ਮੀਡੀਆ ਲਿਜਾ ਰਿਹਾ ਔਰ ਪੁਲਿਸ ਨੂੰ ਅਸੀਂ ਪਹੁੰਚ ਕੇ ਕਾਰਵਾਈ ਠੀਕ ਕਰਦੇ ਆ। ਪਰ ਮੈਂ ਸਮਝਦਾ ਕਿ ਪੁਲਿਸ ਨੂੰ ਵੀ ਕੁਝ ਐਸੇ ਸਟੈਪਸ ਲੈਣੇ ਪੈਣਗੇ ਕਿ ਜਿਹੜੇ ਆਤੰਕੀ ਇਹ ਨੇ, ਜਿਹੜੇ ਇਹੋ ਜਿਹੇ ਹਾਲਾਤ ਮੁਲਕ ਦੇ ਵਿੱਚ ਪੈਦਾ ਕਰ ਰਹੇ ਨੇ, ਜਿਹੜੇ ਸੋਸ਼ਲ ਔਰ ਰਿਲੀਜੀਅਸ ਫਾਈਬਰ ਨੂੰ ਖਰਾਬ ਕਰ ਰਹੇ ਨੇ, ਇਹਨਾਂ ਦੇ ਉੱਤੇ ਐਸੇ ਕੇਸ ਪਾਣੇ ਚਾਹੀਦੇ ਨੇ ਤਾਂ ਕਿ ਦੁਬਾਰਾ ਕੋਈ ਜੁਰਤ ਨਾ ਕਰ ਸਕੇ। ਲੇਕਿਨ ਸਾਡੇ ਨੋਟਿਸ ਅਗਰ ਕੋਈ ਗੱਲ ਆਉਂਦੀ ਹੈ, ਤੁਸੀਂ ਦੇਖਿਆ ਪਰਸੋਂ ਕਸ਼ਮੀਰੀ ਗੇਟ ਦਾ ਕੇਸ ਹੋਇਆ, ਅੱਜ ਇਹ ਰਾਣੀ ਬਾਗ ਦਾ ਕੇਸ ਹੈ। ਅੱਧੀ ਰਾਤ ਅਸੀਂ ਇੱਥੇ ਖੜੇ ਹਾਂ ਔਰ ਅਸੀਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਵਾ ਕੇ ਇੱਥੋਂ ਦੀ ਜਾਵਾਂਗੇ। ਉਸ ਦੀ ਗ੍ਰਿਫਤਾਰੀ ਭਾਰਤ ਦੇ ਵਿੱਚ ਮੰਗਲਵਾਰ ਦੀ ਸ਼ਾਮ ਲਗਭਗ 7:45 ਤੇ ਕੀਤੀ ਦੱਸੀ ਗਈ ਹੈ। ਉਹ ਕਾਰ ਏਸੀ ਮਕੈਨਿਕ ਦੱਸਿਆ ਜਾ ਰਿਹਾ ਹੈ। ਉਸ ਦੀ ਨਿਸ਼ਾਨਦੇਹੀ ਤੇ ਸਵਰੂਪ ਨਗਰ ਦੇ ਵਿੱਚੋਂ 2 ਵੱਡੀਆਂ ਤਲਵਾਰਾਂ ਬਰਾਮਦ ਕੀਤੀਆਂ ਗਈਆਂ ਨੇ। ਦਿੱਲੀ ਪੁਲਿਸ ਦੇ ਮੁਤਾਬਕ ਲਾਲ ਕਿਲੇ ਤੇ ਹੋਈ ਹਿੰਸਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਮਨਿੰਦਰ ਸਿੰਘ ਆਪਣੇ ਹੱਥਾਂ ਵਿੱਚ 2 ਤਲਵਾਰਾਂ ਲਹਿਰਾ ਰਿਹਾ ਸੀ। ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਮਨਿੰਦਰ ਸਿੰਘ ਦੇ ਕਈ ਭੜਕਾਉਣ ਵਾਲੇ ਫੇਸਬੁੱਕ ਪੋਸਟ ਵੀ ਸਨ। ਉਹ ਦਿੱਲੀ ਦੀ ਸਿੰਘੂ ਸਰਹੱਦ ਤੇ ਜਾਂਦਾ ਰਹਿੰਦਾ ਸੀ। ਮਨਿੰਦਰ ਸਿੰਘ ਨੇ ਕਹਿੰਦੇ ਇਹ ਵੀ ਦੱਸਿਆ ਕਿ ਉਸਨੇ ਸਵਰੂਪ ਨਗਰ ਇਲਾਕੇ ਦੇ 6 ਹੋਰ ਲੋਕਾਂ ਨੂੰ ਟਰੈਕਟਰ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਪੁਲਿਸ ਇਹ ਵੀ ਦੱਸ ਰਹੀ ਹੈ ਕਿ ਮਨਿੰਦਰ ਸਿੰਘ ਆਪਣੇ ਹੋਰ ਸਾਥੀਆਂ ਦੇ ਸਮੇਤ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨਾਲ, ਪੁਲਿਸ ਨੇ ਬਦਮਾਸ਼ ਸ਼ਬਦ ਦੀ ਵਰਤੋਂ ਕੀਤੀ ਹੈ। ਮੈਂ ਪੁਲਿਸ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਹੋਰ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਦੇ ਨਾਲ ਲਾਲ ਕਿਲੇ ਵਿੱਚ ਦਾਖਲ ਹੋਇਆ। ਉੱਥੇ ਮਨਿੰਦਰ ਨੇ ਤਲਵਾਰਬਾਜ਼ੀ ਕੀਤੀ। ਇਸ ਤੋਂ ਸ਼ਰਾਰਤੀ ਲੋਕ ਸਨ, ਉਹਨਾਂ ਨੂੰ ਹੌਸਲਾ ਮਿਲਿਆ। ਇਸੇ ਦੌਰਾਨ ਲਾਲ ਕਿਲੇ ਨੂੰ ਨੁਕਸਾਨ ਪਹੁੰਚਿਆ। ਇਹ ਪੁਲਿਸ ਦੱਸ ਰਹੀ ਹੈ। ਹੁਣ ਕਿਰਪਾਨ ਰੱਖਣਾ ਜੇ ਗੁਨਾਹ ਹੈ ਭਾਈ ਤਾਂ ਉਹਦੇ ਕੋਲੋਂ ਬਰਾਮਦ ਕਰ ਲਈਆਂ ਤੇ ਹੁਣ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ। ਪਰ ਪੁਲਿਸ ਹਾਲੇ ਵੀ ਦੱਸ ਰਹੀ ਹੈ ਕਿ ਹਾਲੇ ਅਸੀਂ ਕੁਝ ਇੱਕ ਹੋਰ ਗ੍ਰਿਫਤਾਰੀਆਂ ਵੀ ਕਰਨੀਆਂ ਨੇ, ਕਿਉਂਕਿ ਕਹਿੰਦੇ ਜਿਹੜੇ ਵੀਡੀਓ ਫੁਟੇਜ ਨੇ ਉਹ ਲੱਭੇ ਜਾ ਰਹੇ ਨੇ ਤੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ। ਹੁਣ ਉਹ ਕਹਿੰਦੇ ਲਾਲ ਕਿਲੇ ਨੂੰ ਨੁਕਸਾਨ ਪਹੁੰਚਿਆ। ਇਹਦੇ ਤੋਂ ਪਹਿਲਾਂ ਪੁਲਿਸ ਆਖ ਰਹੀ ਸੀ ਕਿ ਤਿਰੰਗੇ ਦਾ ਅਪਮਾਨ ਹੋਇਆ, ਪਰ ਹਾਲੇ ਤੱਕ ਕਿਤੇ ਵੀ ਇਹ ਸ਼ੋਅ ਨਹੀਂ ਹੋ ਰਿਹਾ ਕਿ ਤਿਰੰਗੇ ਦਾ ਅਪਮਾਨ ਕਿਵੇਂ ਕੀਤਾ। ਜਿਸ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਦੱਸਿਆ ਜਾ ਰਿਹਾ ਉਹ ਸਰਾਸਰ ਝੂਠ ਦੱਸਿਆ ਜਾ ਰਿਹਾ ਹੈ। ਉਹ ਸਭਨਾਂ ਨੂੰ ਪਤਾ ਹੈ। ਅੱਗੇ ਵੀ ਪਹਿਲਾਂ ਵੀ ਕਈ ਵਾਰੀ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਹੈ ਕਿ ਉਹ ਸ਼੍ਰੀ ਕੇਸਰੀ ਨਿਸ਼ਾਨ ਸਾਹਿਬ ਸੀ, ਨਾ ਕਿ ਕਿਸੇ ਖਾਲਿਸਤਾਨ ਦਾ ਝੰਡਾ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛ ਪੜਤਾਲ ਦੇ ਵਿੱਚ ਪੁਲਿਸ ਵੱਲੋਂ ਹੋਰ ਕਿਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਆ। ਆਹ ਖਬਰ ਕਾਫੀ ਅਦਭੁਤ ਜੀ ਖਬਰ ਹੈ। ਅਗਲੀ ਖਬਰ ਆਪਣੇ ਆਪ ਦੇ ਵਿੱਚ ਇੱਕ ਅਜੀਬ ਖਬਰ ਹੈ, ਅਦਭੁਤ ਜੀ ਖਬਰ ਹੈ। ਜੇਕਰ ਤੁਸੀਂ ਭਾਈ ਪ੍ਰਧਾਨ ਮੰਤਰੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿੱਚ ਰਹਿੰਦੇ ਹੋ, ਵਾਰਾਣਸੀ ਦੀ ਨਗਰ ਨਿਗਮ ਦੀ ਸੀਮਾ ਦੇ ਵਿੱਚ ਰਹਿੰਦੇ ਹੋ,
ਤੇ ਤੁਸੀਂ ਗਾਵਾਂ ਵੀ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਕਾਫੀ ਅਹਿਮ ਹੈ। ਹੁਣ ਤੋਂ 2 ਤੋਂ ਜ਼ਿਆਦਾ ਪਸ਼ੂ ਰੱਖਣ ਤੇ ਤੁਹਾਨੂੰ ਪਸ਼ੂ ਪਾਲਣ ਵਿਭਾਗ ਤੋਂ ਪਸ਼ੂਆਂ ਦੀ ਟੈਗਿੰਗ ਕਰਵਾਉਣੀ ਲਾਜ਼ਮੀ ਹੋਏਗੀ। ਇਲਾਹਾਬਾਦ ਹਾਈ ਕੋਰਟ ਵੱਲੋਂ ਇੱਕ ਜਨਹਿਤ ਪਟੀਸ਼ਨ ਵਿਨੇ ਚੌਧਰੀ ਅਤੇ ਹੋਰ ਬਨਾਮ ਯੂਪੀ 4 ਜਨਵਰੀ 2019 ਨੂੰ ਦਿੱਤੇ ਗਏ ਇੱਕ ਹੁਕਮ ਨੂੰ ਹੁਣ ਉੱਥੇ ਸਖਤੀ ਦੇ ਨਾਲ ਵਾਰਾਣਸੀ ਪ੍ਰਸ਼ਾਸਨ ਨੇ ਲਾਗੂ ਕਰ ਦਿੱਤਾ ਹੈ। ਕਰੋਨਾ ਕਾਲ ਦੇ ਕਾਰਨ ਇਹ ਹੁਕਮ ਹੁਣ ਤੱਕ ਲਾਗੂ ਨਹੀਂ ਸੀ ਕੀਤੇ ਜਾ ਸਕੇ। ਹੁਣ ਇਸ ਹੁਕਮ ਦਾ ਪਾਲਣ ਕਰਦੇ ਹੋਏ ਬੀਤੇ ਦਿਨੀ ਵਾਰਾਣਸੀ ਜ਼ਿਲ੍ਹਾ ਅਧਿਕਾਰੀ ਨੇ ਇੱਕ ਬੈਠਕ ਕੀਤੀ। ਬੈਠਕ ਕਰਕੇ ਨਗਰ ਨਿਗਮ ਸਮੇਤ तमाम पुलिस प्रबंधकी अधिकारी ਨੂੰ निर्देश दे ਦਿੱਤੇ है कि वाराणसी नगर निगम की हद के अंदर कोई भी पशु पालक जेकर अपने कोल 2 तो ज़्यादा गावां रखेगा तो उसकी शामत आएगी, FIR दर्ज होगी। कहने का भाव 2 तो ज़्यादा गावां रखियां नहीं जा सकदियां। हाई कोर्ट के हुक्म की उलंघना ते ना सिर्फ पशु जब्त किए जाएंगे सगों पशु पालक के खिलाफ FIR भी दर्ज की जाएगी। इन्ना ही नहीं, पशु पालक नूं 2 गावां पालण दे वास्ते भी तां भी पशु विभाग नाल संपर्क करना पएगा तो फिर पशु विभाग पशुओं की टैगिंग लाजमी तौर पर करेगा। अजिहा ना करन वाले नूं उन्होंने जुर्माना भी होएगा, FIR भी होवेगी। सो इस करके भाई जेकर तुसी इस नगर निगम की सीमा के अंदर रहिंदे हो तो आ हुक्म तुहाडे ते हुण लागू हो चुके हैं। अगली खबर, भारत दे विच एक नवा इतिहास। भारत दे विच आज़ादी तो बाद भारत के इतिहास के विच कदी भी किसी औरत नूं फांसी नहीं दी गई। ये पहली बारी होण जा रहा है जदों किसी औरत नूं फांसी ते लटकाया जाएगा। जेल दे विच बंद बीबी एक कैदी है, उन्होंने फांसी ते लटकाउण दीआं तैयारियां चल रही ने। मथुरा जेल दे विच बंद अमरोहा की रहने वाली शबनम ने अपने प्रेमी नाल मिल के कुहाड़ी नाल अपने परिवार के 7 मैंबरां नूं मौत के घाट उतार दिता सी। ते मामला अज तो लगभग 12-13 साल पहलां दा 2008 विच एक घटना वापरी सी। शबनम ने हेठली अदालत के आदेश नूं, हेठली अदालत के हुक्म नूं सुप्रीम कोर्ट विच चुनौती दित्ती सी। अमरोहा जिले के बावनखेड़ी पिंड विच उसने अपने परिवार के 7 मैंबरां नूं मौत के घाट उतार दिता सी ते अपने परिवारक मैंबरां नूं मौत के घाट उतारन वाली शबनम अते उसके प्रेमी सलीम की फांसी की सज़ा सुप्रीम कोर्ट ने भी बरकरार रख दी सी। फिर शबनम ने रहम की अपील दया पटीशन राष्ट्रपति को पाई तो राष्ट्रपति ने भी उन्होंने रहम की पटीशन अपील खारज कर दी है। असल दे विच मामला की सी? मामला यह सी कि साल 2008 विच यूपी के अमरोहा के नेड़ले पिंड बावनखेड़ी दे विच मास्टर शौकत अली अपनी पत्नी हाशमी, बेटा अनीस ਅਤੇ राशिद ਨੂੰ अंजम ਅਤੇ इकलौती धी शबनम नाल रहिंदे सन। पिता ने अपनी इकलौती धी शबनम ਨੂੰ बहुत लाड़ प्यार ਦੇ ਨਾਲ ਪਾਲਿਆ ਸੀ, ਚੰਗੀ ਸਿੱਖਿਆ ਵੀ ਦਿੱਤੀ ਸੀ। शबनम ਨੂੰ ਪਰ ਪਿੰਡ ਦੇ 8ਵੀਂ ਪਾਸ ਇੱਕ ਨੌਜਵਾਨ ਸਲੀਮ ਦੇ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਆਪਸ ਦੇ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਵੱਖੋ-ਵੱਖ ਧਰਮਾਂ ਦੇ ਵੱਖੋ-ਵੱਖ ਜਾਤੀਆਂ ਦੇ ਹੋਣ ਦੇ ਕਾਰਨ ਇਸ ਵਿਆਹ ਦੇ ਵਿੱਚ अड़िका पै गया। शबनम के परिवार वाले इस विआह के वास्ते राजी नहीं सन। फिर 14 अप्रैल 2008 की रात शबनम ने अपने प्रेमी सलीम दे नाल मिल के अपने पिता मास्टर शौकत अली, अपनी माँ हाशमी, भरा अनीस अते राशिद, भरजाई अंजम अते उसकी भैन राबिया की कुहाड़ी नाल वढ़ के हत्या कर दी। शबनम ने अपने भतीजे अर्श का गला घुट के कतल किया। शबनम ने अपने परिवारक मैंबरां का कतल कर दिता क्योंकि सलीम नाल उसते राह दे सारे रोड़े हटाउणा चाहुंदी सी ते प्रेम संबंधां विच जिहड़ा भी रोड़ा बन सकदा सी उस नूं पासे कर दिता। इस केस की सुनवाई अमरोहा की अदालत विच 2 साल 3 महीनों तक चली, जिस तो बाद 15 जुलाई ਅਤੇ 2010 ਨੂੰ ਜ਼ਿਲ੍ਹਾ जज SA हुसैनी ने फैसला सुनाया कि शबनम ਅਤੇ सलीम ਨੂੰ फांसी दी जाए। इस कतलेआम की वजह करके बावनखेड़ी पिंड विच कई महीनों तक पिंड बावनखेड़ी समुचे भारत दीआं सुर्खियां विच रहा। इकलौती धी दे वल्लों खेडी एक खूनी खेड का मंजर देख के पिंड दे लोग इस कदर खौफ जदा होए, इस कदर शबनम नूं नफरत करन लगे कि पिंड दे विच हुण भी
ਜੰਮੀ ਧੀ ਦਾ ਨਾਂ ਕੋਈ ਸ਼ਬਨਮ ਰੱਖਣਾ ਪਸੰਦ ਨਹੀਂ ਕਰਦਾ। ਉਹਦੇ ਤੋਂ ਬਾਅਦ ਇਹ ਅਦਾਲਤ ਅਗਲੀਆਂ ਦੇ ਵਿੱਚ ਕੇਸ ਜਾਂਦਾ ਰਿਹਾ, ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਦੇ ਵਿੱਚੋਂ ਵੀ ਇਸ ਫਾਂਸੀ ਨੂੰ ਬਰਕਰਾਰ ਰੱਖਿਆ ਗਿਆ। ਰਾਸ਼ਟਰਪਤੀ ਤੱਕ ਸ਼ਬਨਮ ਹੋਰਾਂ ਨੇ ਪਹੁੰਚ ਕੀਤੀ, ਪਰ ਰਹਿਮ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਹੁਣ ਸ਼ਬਨਮ ਅਤੇ ਉਸਦੇ ਪ੍ਰੇਮੀ ਨੂੰ ਫਾਂਸੀ ਤੇ ਲਟਕਾਉਣ ਦੀਆਂ ਤਿਆਰੀਆਂ ਨੇ। ਪਰ 1947 15 ਅਗਸਤ 1947 ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ ਕਿਸੇ ਪਹਿਲੀ ਔਰਤ ਨੂੰ ਫਾਂਸੀ ਤੇ ਲਟਕਾਇਆ ਜਾਣਾ ਹੈ। ਅਗਲੀਆਂ ਖਬਰਾਂ ਕਿਸਾਨ ਅੰਦੋਲਨ ਨਾਲ ਸੰਬੰਧਿਤ ਖਬਰਾਂ ਨੇ। ਇਹ ਉਹ ਲੋਕ ਨੇ ਜਿਹੜੀਆਂ ਆਪਣੇ ਜਾਨਾਂ ਕੁਰਬਾਨ ਕਰ ਗਏ ਇਸ ਅੰਦੋਲਨ ਦੇ ਲਈ। ਜਾਣਕਾਰੀ ਦੇ ਅਨੁਸਾਰ ਸਰਦਾਰ ਪ੍ਰਤਾਪ ਸਿੰਘ 13 ਫਰਵਰੀ ਤੋਂ ਦਿੱਲੀ ਗਏ ਸਨ ਅਤੇ 16 ਫਰਵਰੀ ਨੂੰ ਸਿਹਤ ਖਰਾਬ ਹੋਈ ਅਤੇ ਉਹਨਾਂ ਦੇ ਸਾਥੀ ਉਹਨਾਂ ਨੂੰ ਦਿੱਲੀ ਤੋਂ ਵਾਪਸ ਉਹਨਾਂ ਦੇ ਪਿੰਡ ਲਿਆ ਰਹੇ ਸਨ ਕਿ ਉਹਨਾਂ ਦੀ ਰਸਤੇ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਉਹਨਾਂ ਦੇ ਭਤੀਜੇ ਗੁਰਭੇਜ ਸਿੰਘ ਨੇ ਦਿੱਤੀ ਹੈ। ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਲੀ ਵਿਖੇ ਸਿੰਘੂ ਸਰਹੱਦ ਤੇ ਉਹਨਾਂ ਦੀ ਸੇਵਾ ਲਗਾਈ ਗਈ ਸੀ ਅਤੇ ਉਹ ਲਗਾਤਾਰ ਦਿੱਲੀ ਅੰਦੋਲਨ ਦੇ ਵਿੱਚ ਸੇਵਾ ਵੀ ਕਰ ਰਹੇ ਸੀ। ਪਰ ਅਚਾਨਕ ਉਹਨਾਂ ਦੇ ਚਾਚਾ ਪ੍ਰਤਾਪ ਸਿੰਘ ਦੀ ਹਾਲਤ ਵਿਗੜ ਗਈ ਅਤੇ ਡਾਕਟਰਾਂ ਨੇ ਉਹਨਾਂ ਨੂੰ ਘਰ ਆਰਾਮ ਕਰਨ ਦੀ ਸਲਾਹ ਦਿੱਤੀ। ਪ੍ਰਤਾਪ ਸਿੰਘ ਨੂੰ ਜਦੋਂ ਘਰ ਲਿਆਂਦਾ ਜਾ ਰਿਹਾ ਸੀ ਤਾਂ ਉਹਨਾਂ ਰਸਤੇ ਵਿੱਚ ਦਮ ਤੋੜ ਦਿੱਤਾ। ਇਸ ਸੰਬੰਧੀ ਉਹ ਕਹਿੰਦੇ ਭਿੱਖੀਵਿੰਡ ਪੁਲਿਸ ਨੂੰ ਇਤਲਾਹ ਦੇਣ ਤੇ ਉਹਨਾਂ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਦਿੱਤਾ। ਫਿਰ ਮ੍ਰਿਤਕ ਦੇ ਵਾਰਸਾਂ ਨੇ ਲਾਸ਼ ਨੂੰ ਚੌਕ ਵਿੱਚ ਰੱਖ ਕੇ ਭਿੱਖੀਵਿੰਡ ਚੌਕ ਵਿੱਚ ਧਰਨਾ ਲਾਇਆ ਅਤੇ ਚੌਕ ਜਾਮ ਕਰ ਦਿੱਤਾ। ਇਸ ਮੌਕੇ ਤੇ ਬਲਾਕ ਪ੍ਰਧਾਨ ਤਰਸੇਮ ਸਿੰਘ ਕਲਸੀਆਂ ਅਤੇ ਸੂਬਾ ਕਮੇਟੀ ਪ੍ਰਧਾਨ ਬਚਿੱਤਰ ਸਿੰਘ ਤੇ ਹੋਰ ਲੋਕ ਵੀ ਪਹੁੰਚੇ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਹਾਜ਼ਰ ਸਨ। ਤੇ ਇਸੇ ਤਰ੍ਹਾਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੁੱਲ ਹਿੰਦ ਕਿਸਾਨ ਸਭਾ ਆਗੂਆਂ ਦੀ ਅਗਵਾਈ ਦੇ ਹੇਠ ਗੜ੍ਹਸ਼ੰਕਰ ਦੇ ਵਿੱਚ ਵੀ ਮੋਰਚਾ ਚੱਲ ਰਿਹਾ ਹੈ। ਤੇ ਗੜ੍ਹਸ਼ੰਕਰ ਦੇ ਵਿੱਚ ਚੱਲ ਰਹੇ ਮੋਰਚੇ ਵਿੱਚ ਰੋਜ਼ਾਨਾ ਹਾਜ਼ਰੀ ਭਰਨ ਵਾਲੇ ਗੜ੍ਹਸ਼ੰਕਰ ਦੇ ਨੇੜਲੇ ਪਿੰਡ ਗੋਲੀਆਂ ਦੇ ਕਿਸਾਨ 65 ਵਰ੍ਹਿਆਂ ਦੇ ਅਜੀਤ ਸਿੰਘ ਥਿੰਦ ਬਿਮਾਰ ਹੋਣ ਕਾਰਨ ਉਹਨਾਂ ਦਾ ਵੀ ਬੀਤੀ ਰਾਤ ਦੇਹਾਂਤ ਹੋ ਗਿਆ ਤੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਦੱਸਣਾ ਬਣਦਾ ਕਿ ਗੜ੍ਹਸ਼ੰਕਰ ਦੇ ਵਿੱਚ ਬੀਤੇ 74 ਦਿਨ ਤੋਂ ਧਰਨਾ ਲਗਾਤਾਰ ਜਾਰੀ ਹੈ ਅਤੇ ਅਜੀਤ ਸਿੰਘ ਲਗਾਤਾਰ ਇਸ ਧਰਨੇ ਵਿੱਚ ਹਰ ਰੋਜ਼ ਹਾਜ਼ਰੀ ਲਵਾਉਂਦੇ ਸਨ। ਇਸੇ ਤਰ੍ਹਾਂ ਟਿਕਰੀ ਸਰਹੱਦ ਵਾਲੇ ਪਾਸਿਓਂ ਖਬਰਾਂ ਮਿਲੀਆਂ ਨੇ। ਸੜਕ ਹਾਦਸੇ ਦੇ ਵਿੱਚ ਟਿਕਰੀ ਸਰਹੱਦ ਦੇ ਕੋਲ ਪਿੰਡ ਘੁੱਦਾ ਦੇ 2 ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ 2 ਕਿਸਾਨ ਹੋਰ ਜ਼ਖਮੀ ਦੱਸੇ ਜਾ ਰਹੇ ਹੈ। ਇਹ ਮੌਤਾਂ ਉਦੋਂ ਹੋਈਆਂ ਜਦੋਂ ਟਰਾਲੀ ਦੇ ਵਿੱਚ ਪਿੱਛੋਂ ਆ ਕੇ ਇੱਕ ਬੱਸ ਲੱਗ ਗਈ। ਮਿਲੀ ਜਾਣਕਾਰੀ ਅਨੁਸਾਰ ਰੋਹਤਕ ਦਿੱਲੀ ਰਾਜਮਾਰਗ ਤੇ ਬੁੱਧਵਾਰ ਨੂੰ ਬੱਸ ਉਹਨਾਂ ਦੇ ਟਰੈਕਟਰ ਟਰਾਲੀ ਵਿੱਚ ਆ ਕੇ ਵੱਜੀ। ਕਿਸਾਨ ਟਿਕਰੀ ਰੋਸ ਪ੍ਰਦਰਸ਼ਨ ਵਾਲੀ ਥਾਂ ਤੋਂ ਆਪਣੇ ਪਿੰਡ ਨੂੰ ਵਾਪਸ ਪਰਤ ਰਹੇ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਘੁੱਦਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਘੁੱਦਾ ਨੇ ਦੱਸਿਆ ਕਿ ਪਿੰਡ ਤੋਂ ਆਏ ਕਾਫਲੇ ਵਿੱਚ ਮੌਜੂਦ ਬਜ਼ੁਰਗ ਕਿਸਾਨ 60 ਵਰ੍ਹਿਆਂ ਦੇ ਅਜੈਬ ਸਿੰਘ ਅਤੇ ਲਗਭਗ 65 ਵਰ੍ਹਿਆਂ ਦੇ ਗੁਰਦਾਸ ਸਿੰਘ ਇਸ ਸੜਕ ਹਾਦਸੇ ਕਾਰਨ ਅਕਾਲ ਚੜ੍ਹਾਣਾ ਕਰ ਗਏ ਹੈ। ਉਹਨਾਂ ਦੱਸਿਆ ਕਿ ਦੋਵੇਂ ਹੀ ਛੋਟੇ ਅਤੇ ਮੱਧ ਵਰਗੀ ਕਿਸਾਨ ਸਨ। 4 ਜਾਨਾਂ ਹੋਰ ਇਸ ਸੰਘਰਸ਼ ਦੇ ਲੇਖੇ ਲੱਗ ਗਈਆਂ ਨੇ। ਹੁਣ ਤੱਕ ਜਿੰਨੀਆਂ ਵੀ ਜਾਨਾਂ ਇਸ ਸੰਘਰਸ਼ ਦੇ ਲੇਖੇ ਲੱਗੀਆਂ ਨੇ, ਅਸੀਂ ਸਭਨਾਂ ਨੂੰ ਆਪਣਾ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਬੁੱਧੀ ਵਿਵੇਕ ਬਖਸ਼ੇ ਅਤੇ ਸਰਕਾਰ ਇਹ ਕਾਨੂੰਨ ਰੱਦ ਕਰੇ ਤਾਂ ਕਿ ਕਿਸਾਨ ਸੁੱਖੀ ਸਾਂਦੀ ਆਪੋ ਆਪਣੇ ਘਰ ਪਰਤ ਸਕਣ ਅਤੇ ਘਰੇਲੂ ਜ਼ਿੰਮੇਵਾਰੀਆਂ ਨਿਭਾ ਸਕਣ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ ਨੇ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।